ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨ ਪਰਿਆ ਰੇ। ਸਗਲ ਦਵਾਰ ਕੋ ਛਾੜ ਕੇ, ਗਇਓ ਤੁਹਾਰੂ ਦਵਾਰ। ਬਾਹੇ ਗਏ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਬਾਹੇ ਗਏ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਜੋ ਦਾਤ ਆ, ਉਹ ਸਾਡੀ ਝੋਲੀ ਦੇ ਵਿੱਚ ਪਾ ਕੇ ਸਾਨੂੰ ਸਾਧ ਸੰਗਤ ਬਖਸ਼ੀ ਹੈ। ਸੋ ਆਓ ਆਪਾਂ ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ ਦੇ ਵਾਕ ਅਨੁਸਾਰ। ਇਸ ਮਨੁੱਖੇ ਜਨਮ ਨੂੰ, ਇਸ ਦਾ ਲਾਹਾ ਖੱਟਣ ਵਾਸਤੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੇ ਹਾਂ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦਇਆ ਦੀ ਮੂਰਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਰਾਗ ਧਨਾਸਰੀ ਦੇ ਵਿੱਚ 675 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਕਿ ਬੜੇ ਦੀਨ ਹੁੰਦੇ ਨੇ, ਗਰੀਬ ਹੁੰਦੇ ਨੇ, ਅਨਾਥ ਹੁੰਦੇ ਨੇ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ। ਉਹਨਾਂ ਦੀ ਲਾਜ ਵਾਹਿਗੁਰੂ ਜੀ ਆਪ ਰੱਖਦੇ ਨੇ। ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਆਪਣੇ ਜਨਾਂ ਨੂੰ ਜਹਾਜ਼ ਬਣਦੇ ਨੇ, ਜਿਹੜੇ ਸਾਧੂਆਂ ਦੇ ਸੰਗ ਹੋ ਕੇ ਨਾਮ ਨੂੰ ਭਜਦੇ ਨੇ, ਚੇਤੇ ਕਰਦੇ ਨੇ। ਉਹਨਾਂ ਦੇ ਜਿਹੜੇ ਕਾਲ ਕੰਟਕ ਹੁੰਦੇ ਨੇ, ਦੂਰ ਹੁੰਦੇ ਨੇ। ਹੋਰ ਕੋਈ ਯਤਨਾਂ ਦੇ ਨਾਲ ਇਹ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ। ਇੱਕੋ ਇੱਕ ਗੁਰੂ ਦੀ ਸ਼ਰਨ ਹੈ, ਜਿਹਦੇ 'ਚ ਪਿਆ ਹੋਇਆ ਬੰਦੇ ਦੇ ਮਨ ਨੂੰ ਚੈਨ, ਬੰਦੇ ਦੇ ਮਨਵੇਂ ਨੂੰ ਟਿਕਾ ਤੇ ਸ਼ਾਂਤੀ ਨਸੀਬ ਹੁੰਦੀ ਆ।
ਉਹ ਆਦਿ ਵਿੱਚ ਆ, ਅੰਤ ਵਿੱਚ ਵੀ ਸਹਾਈ ਹੁੰਦਾ, ਉਹਦੇ ਬਿਨਾਂ ਕੋਈ ਨਹੀਂ। ਉਹਨੂੰ ਜਪ ਜਪ ਕੇ ਜਨਮ ਤੇ ਮਰਨ ਇਹ ਵਾਲੇ ਵੱਡੇ ਦੁੱਖ ਤੋਂ ਨਿਜਾਤ ਪਾਈ ਜਾ ਸਕਦੀ ਆ। ਕੀ ਵੇਦ, ਕੀ ਸਿਮਰਤੀਆਂ, ਕੀ ਸ਼ਾਸਤਰ, ਇਹ ਸਾਰੇ ਭਗਤ ਵੀ ਮਿਲ ਕੇ ਵਿਚਾਰ ਕਰਦੇ ਨੇ ਕਿ ਸਾਧ ਸੰਗਤ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਵੀ ਇਸੇ ਸ਼ਬਦ ਵਿੱਚ ਸਾਨੂੰ ਜੀਆਂ ਨੂੰ ਸਮਝਾਉਂਦੇ ਨੇ ਕਿ ਦੇਖੋ, ਬਹੁਤ ਲੋਕ ਨੇ ਜਦੋਂ ਉਹਨਾਂ ਦੇ ਪਾਸ ਸੁੱਖ ਆ ਜਾਂਦਾ, ਉਦੋਂ ਫਿਰ ਬਹੁਤ ਲੋਕ ਉਹਨਾਂ ਦੇ ਇਰਦ ਗਿਰਦ ਇਕੱਠੇ ਹੁੰਦੇ ਨੇ, ਉਹਨਾਂ ਦੇ ਦੋਸਤ ਬਣ ਜਾਂਦੇ ਨੇ। ਜਦੋਂ ਉਸੇ ਬੰਦੇ ਤੇ ਹੀ ਵਿਪਤਾ ਪੈਂਦੀ ਆ, ਕੋਈ ਦੁੱਖ ਆਉਂਦਾ ਹੈ, ਤਾਂ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਏ। ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਸੁੱਖਾਂ ਦੇ ਵੇਲੇ ਬੰਦੇ ਦੇ ਇੱਕ ਨਹੀਂ, ਦੋ ਨਹੀਂ, ਕਈ ਦੋਸਤ ਬਣ ਜਾਂਦੇ ਨੇ। ਰਿਸ਼ਤੇਦਾਰੀਆਂ ਵੀ ਬਹੁਤ ਹੁੰਦੀਆਂ ਨੇ। ਇਸ ਕਰਕੇ ਰਿਸ਼ਤੇਦਾਰ ਵੀ ਕਹਿਣ ਲੱਗ ਜਾਂਦੇ ਆ, ਉਹ ਸਾਡਾ ਰਿਸ਼ਤੇਦਾਰ ਹੈ, ਉਹ ਸਾਡਾ ਪਰਮ ਮਿੱਤਰ ਹੈ, ਉਹ ਸਾਡਾ ਅਜ਼ੀਜ਼ ਦੋਸਤ ਆ। ਪਰ ਜਦੋਂ ਉਸੇ ਬੰਦੇ ਉੱਪਰ ਹੀ ਕਿਸੇ ਕਾਰਨ ਕਰਕੇ ਵਿਪਤਾ ਪੈਂਦੀ ਆ, ਤਾਂ ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਤਾਂ ਫਿਰ ਸਾਰੇ ਉਹਦੇ ਨਾਲੋਂ ਬੋਲਣੋਂ ਹਟ ਜਾਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਅੱਜ ਦੇ ਵਾਕ ਦੇ ਵਿੱਚ ਕਹਿੰਦੇ ਨੇ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਦੀਨ ਲੋਕਾਂ ਦਾ, ਅਨਾਥ ਲੋਕਾਂ ਦਾ, ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਹੇ ਗੁਰੂ ਜੀ, ਤੁਸੀਂ ਉਹਨਾਂ ਦੇ ਨਾਲ ਖੜਦੇ ਹੋ ਕਦੋਂ? ਜਦੋਂ ਉਹਨਾਂ ਦੇ ਨਾਲ ਕੋਈ ਨਹੀਂ ਖੜਦਾ। ਇਸ ਕਰਕੇ ਤਰਣ ਤਾਰਨ ਹਰ ਨਿਤ, ਦੁਖ ਨ ਸਕੈ ਬਿਆਪ। ਤਰਣ ਤਾਰਨ ਹਰ ਨਿਤ, ਇਹ ਸੰਸਾਰ ਤੋਂ ਤਰਨ ਵਾਸਤੇ ਤੁਸੀਂ ਹੀ ਉਹਨਾਂ ਲਈ ਜਹਾਜ਼ ਬਣਦੇ ਹੋ। ਫਿਰ ਜਦੋਂ ਤੁਸੀਂ ਨਾਲ ਖੜ ਜਾਂਦੇ ਹੋ, ਉਹਨਾਂ ਨੂੰ ਦੁੱਖ ਨਾ ਸਕੈ ਵਿਆਪ, ਉਹਨਾਂ ਨੂੰ ਦੁੱਖ ਪੋ ਨਹੀਂ ਸਕਦਾ, ਛੋ ਨਹੀਂ ਸਕਦਾ। ਸਾਧੂ ਸੰਗ ਭਜੋ ਗੋਪਾਲ। ਸਭ ਤੋਂ ਵੱਡੀ ਸਿਆਣਪ, ਸਭ ਤੋਂ ਵੱਡੀ ਸੂਝ ਬੂਝ ਕੀ ਆ? ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਰਾਮ ਨੂੰ ਚੇਤੇ ਕਰਨਾ, ਵਾਹਿਗੁਰੂ ਨੂੰ ਯਾਦ ਕਰਨਾ, ਇਹਨੂੰ ਸਭ ਤੋਂ ਵੱਡੀ ਸਿਆਣਪ ਸਮਝੋ ਜੀ। ਹੋਰ ਬਾਕੀ ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾਲ। ਹੋਰ ਜਿੰਨੇ ਮਰਜ਼ੀ ਯਤਨ ਤੁਸੀਂ ਕਰ ਲਵੋ, ਜਿੰਨੇ ਮਰਜ਼ੀ ਯਤਨਾਂ ਦੇ ਬਾਵਜੂਦ ਵੀ ਇਹ ਚੀਜ਼ਾਂ ਜਿਹੜੀਆਂ ਨੇ ਖਤਮ ਨਹੀਂ ਹੋਣਗੀਆਂ। ਤੁਹਾਡਾ ਮਨ ਟਿਕੇਗਾ ਨਹੀਂ। ਉਹਦੇ ਲਈ ਇੱਕੋ ਇੱਕ ਰਾਹ ਹੈ, ਸਿਮਰ 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 ਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਇੱਦਾਂ ਹੀ ਇੱਕ ਇਨਸਾਨ ਸੀ, ਉਹਨੇ ਬਹੁਤ ਗਲਤ ਤਰੀਕੇ ਦੇ ਨਾਲ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਬੜੇ ਗਲਤ ਤਰੀਕੇ ਦੇ ਨਾਲ ਸ਼ਾਰਟਕਟ ਲਗਾ ਕੇ ਜ਼ਿੰਦਗੀ 'ਚ ਪੈਸਾ ਕਮਾਇਆ। ਬਹੁਤ ਲੋਕ ਇੱਥੇ ਇਹੋ ਜਿਹੇ ਨੇ ਜਿਹੜੇ ਕਿ ਦੂਜਿਆਂ ਦੇ ਗਲੇ ਕੱਟ ਕੇ ਤੇ ਆਪਣੀਆਂ ਜੇਬਾਂ ਭਰਦੇ ਨੇ। ਪਰ ਉਹਨੇ ਕਰ ਤਾਂ ਲਿਆ, ਜ਼ਮੀਨ ਵੀ ਕਾਫੀ ਜੋੜ ਲਈ, ਪੈਸੇ ਵੀ ਕਾਫੀ ਜੋੜ ਲਏ, ਪਰ ਉਹਨੂੰ ਸ਼ਾਂਤੀ ਨਾ ਆਵੇ। ਮੁੜ ਕੇ ਕਹਿੰਦੇ ਨੇ ਨਾ ਕਿ ਹਰ ਇੱਕ ਕੀਤਾ ਹੋਇਆ ਗੁਨਾਹ ਮਨ ਦਾ ਬੋਝ ਹੁੰਦਾ ਹੈ। ਹਰ ਇੱਕ ਕੀਤੀ ਹੋਈ ਗਲਤੀ ਮਨ ਤੇ ਭਾਰ ਬਣਦੀ ਆ, ਬੋਝ ਬਣਦੀ ਆ। ਭਾਵੇਂ ਨਾਲ ਬੈਠੇ ਬੰਦੇ ਨੂੰ ਦਿਖਦੀ ਨਹੀਂ,
ਪਰ ਜਿਹਦੇ ਤੇ ਉਹ ਭਾਰ ਪੈ ਰਿਹਾ ਹੁੰਦਾ ਉਹਦਾ ਦੁੱਖ ਜਿਸ ਤਨ ਲਾਗੇ ਸੋਈ ਜਾਣੇ ਉਹੀ ਜਾਣਦਾ ਕਿ ਮੇਰੇ ਪਾਪਾਂ ਦੀ ਪੰਡ ਨੇ ਮੈਨੂੰ ਕਿੰਨਾ ਦਬਾ ਦਿੱਤਾ ਹੈ। ਉਹ ਇੱਕ ਅਧਿਆਪਕ ਦੇ ਕੋਲ ਪ੍ਰੋਫੈਸਰ ਸਾਹਿਬ ਦੇ ਕੋਲ ਆਇਆ ਹੈ ਚੱਲ ਕੇ, ਕਹਿਣ ਲੱਗਾ, ਪ੍ਰੋਫੈਸਰ ਜੀ ਬਹੁਤ ਮੈਂ ਦੁਖੀ ਹਾਂ। ਮੈਂ ਪਹਿਲਾਂ ਗਲਤ ਤਰੀਕੇ ਨਾਲ ਪੈਸੇ ਇਕੱਠੇ ਕੀਤੇ, ਹੁਣ ਮੈਨੂੰ ਚੈਨ ਨਹੀਂ ਆਉਂਦਾ, ਨੀਂਦ ਨਹੀਂ ਸਹੀ ਤਰੀਕੇ ਨਾਲ ਵੀ ਆਉਂਦੀ, ਮੇਰਾ ਮਨ ਵੀ ਨਹੀਂ ਟਿਕਦਾ। ਵੱਡੇ ਵੱਡੇ ਜੋ ਦਿਸੈ ਲੋਗ, ਤਿਲਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ। ਉਹੀ ਵੱਡਾ ਜਿਹਨੇ ਰਾਮ ਨਾਲ ਲਿਵ ਲਾਈ। ਪ੍ਰੋਫੈਸਰ ਸਾਹਿਬ ਜੀ ਮੈਨੂੰ ਸਹੀ ਤਰੀਕੇ ਨਾਲ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ, ਮਨ ਨਹੀਂ ਖੜਦਾ, ਮਨੂਆ ਜਿਹੜਾ ਹੈ ਰੱਜਦਾ ਨਹੀਂ, ਕੀ ਹੋ ਗਿਆ ਮੈਨੂੰ, ਇੰਨਾ ਭਾਰ ਲੱਗਦਾ। ਪ੍ਰੋਫੈਸਰ ਜੀ ਪੜ੍ਹੇ ਲਿਖੇ ਸਨ, ਬਹੁਤ ਸਿਆਣੇ ਗੁਰਮੁਖ ਸਨ। ਉਹ ਕਹਿੰਦੇ ਫਿਰ ਇਉਂ ਕਰ, ਤੂੰ ਮੇਰੇ ਨਾਲ ਆ, ਤੈਨੂੰ ਮੈਂ ਦੱਸਦਾ ਹਾਂ ਵੀ ਇਹ ਕਿਉਂ ਆ ਸਭ ਕੁਝ। ਉਹਨਾਂ ਨੇ 3 ਪੱਥਰ ਉਹਨੂੰ ਚਕਵਾਏ ਤੇ ਆਖਿਆ ਤੂੰ ਮੇਰੇ ਪਿੱਛੇ ਪਿੱਛੇ ਆ ਤੇ ਤੁਰ ਇਹਨਾਂ ਨੂੰ ਚੁੱਕ ਕੇ। ਪਰ 3 ਪੱਥਰ ਚੁੱਕ ਕੇ ਤੁਰਨਾ ਬੜਾ ਔਖਾ ਸੀ। ਆਖਿਆ ਇੱਕ ਪੱਥਰ ਸੁੱਟ ਦੇ, ਸੁੱਟਿਆ ਤੇ ਕੁਝ ਵਜਨ ਘੱਟ ਹੋਇਆ, ਪਰ ਹਜੇ ਵੀ ਤੁਰਨਾ ਮੁਸ਼ਕਿਲ ਹੀ ਜਾਪਿਆ। ਦੂਜਾ ਆਖਿਆ ਸੁੱਟ ਦੇ, ਇੱਕ ਰਹਿ ਗਿਆ ਹੱਥ ਦੇ ਵਿੱਚ, ਹਜੇ ਵੀ ਨਹੀਂ ਸਹੀ ਤਰੀਕੇ ਨਾਲ, ਉਹ ਆਨੰਦ ਨਹੀਂ ਸੀ ਆ ਰਿਹਾ ਤੁਰਨ ਦੇ ਵਿੱਚ। ਵਜਨ ਚੁੱਕ ਕੇ ਤੁਰਨਾ ਹੋਵੇ ਬੜਾ ਭਾਰ ਲੱਗਦਾ ਹੈ ਤੇ ਉਹ ਚੀਜ਼ ਥੋੜ੍ਹੇ ਸਮੇਂ ਬਾਅਦ ਹੋਰ ਭਾਰੀ ਹੋਈ ਜਾਂਦੀ ਹੈ, ਹੋਰ ਭਾਰੀ ਹੋਈ ਜਾਂਦੀ ਹੈ। ਪੱਥਰ ਦੀ ਗੱਲ ਛੱਡੋ, ਤੁਸੀਂ ਗਲਾਸ ਪਾਣੀ ਦਾ ਭਰ ਕੇ ਹੱਥ ਵਿੱਚ ਫੜ ਲਿਓ, 5 ਮਿੰਟ ਫੜਿਓ ਤਾਂ ਇੰਨਾ ਜ਼ਿਆਦਾ ਨਹੀਂ ਭਾਰੀ ਲੱਗੇਗਾ। ਸਾਰਾ ਦਿਨ ਵੀ ਫੜਨਾ ਪੈ ਗਿਆ ਨਾ, ਫਿਰ ਬੜਾ ਔਖਾ ਹੋ ਜਾਏਗਾ, ਮੁਸ਼ਕਿਲ ਹੋ ਜਾਏਗੀ। ਇੱਕ ਪੱਥਰ ਸੀ ਤੇ ਆਖਿਆ ਹੁਣ ਇਹਨੂੰ ਵੀ ਸੁੱਟ ਦੇ, ਇਹਨੂੰ ਵੀ ਸੁੱਟ ਦੇ। ਸੁੱਟ ਦਿੱਤਾ, ਹੁਣ ਚੈਨ ਆਇਆ, ਹੁਣ ਤੁਰਨ ਦਾ ਆਨੰਦ ਆਇਆ, ਹੁਣ ਖੁਸ਼ ਹੋਇਆ ਕਿ ਹੁਣ ਮੈਂ ਠੀਕ ਹਾਂ, ਤੁਰਨ ਦਾ ਆਨੰਦ ਆ ਰਿਹਾ। ਕਹਿੰਦੇ ਬਸ ਇਹੀ ਬੰਦੇ ਦੀ ਜ਼ਿੰਦਗੀ ਹੈ। ਪਾਪਾਂ ਦੀ ਪੰਡ ਲੱਦ ਲੈਂਦਾ ਹੈ ਕਿੱਥੇ ਆਪਦੇ ਮਨ ਤੇ, ਉਹਦੇ ਬੋਝ ਨਾਲ ਤੁਰਿਆ ਨਹੀਂ ਜਾਂਦਾ, ਉਹ ਤੋਂ ਦੱਬੀ ਜਾਂਦੀ ਉਹਦੀ ਲਾਈਫ ਜਿਹੜੀ ਆ। ਇਸ ਕਰਕੇ ਗੁਰੂ ਕੇ ਪਿਆਰਿਓ, ਗੁਰੂ ਮਹਾਰਾਜ ਸਾਨੂੰ ਇਹੀ ਕਹਿੰਦੇ ਨੇ ਕਿ ਕਦੇ ਵੀ ਉਹ ਗੁਨਾਹ ਨਾ ਕਰ ਲੈਣਾ, ਭੁੱਲ ਕੇ ਵੀ ਉਹ ਗਲਤੀਆਂ ਨਾ ਕਰਨੀਆਂ, ਫਿਰ ਉਹ ਤੁਹਾਡੇ ਮਨ ਤੇ ਬੋਝ ਬਣ ਜਾਣਗੀਆਂ। ਜਦੋਂ ਬੋਝ ਬਣ ਜਾਣਗੀਆਂ ਫਿਰ ਤੁਹਾਨੂੰ ਜ਼ਿੰਦਗੀ ਨੂੰ ਜਿਉਣ ਨਹੀਂ ਦੇਣਗੀਆਂ। ਹਰ ਇੱਕ ਕੀਤਾ ਹੋਇਆ ਗੁਨਾਹ, ਹਰ ਇੱਕ ਕੀਤੀ ਹੋਈ ਗਲਤੀ ਮਨ ਦਾ ਭਾਰ ਹੁੰਦੀ ਆ। ਭਾਵੇਂ ਦੇਖਣ ਨੂੰ ਲੱਗਦਾ ਸਾਨੂੰ ਗਲਤੀਆਂ ਕਰਨ ਵਾਲਾ ਬੰਦਾ ਹੱਸਦਾ ਹੈ ਖਿੜਿਆ ਖਿੜਿਆ, ਉਹ ਉੱਪਰੋਂ ਆ ਸਭ, ਉਹ ਮੁਖੌਟੇ ਨੇ, ਪਰ ਉਹਦੇ ਅੰਦਰ ਗਲਤੀ ਕਰਕੇ ਜਿੰਨਾ ਭਾਰ ਹੈ ਤੇ ਸਾਰੀ ਜ਼ਿੰਦਗੀ ਲੈ ਕੇ ਜਿਹੜੇ ਪੱਥਰ ਉਹਨੇ ਘੁੰਮਣੇ ਨੇ, ਉਹਦੀ ਪੀੜਾ, ਉਹਦਾ ਦੁੱਖ ਜਿਸ ਤਨ ਲਾਗੇ ਸੋਈ ਜਾਣੇ। ਕੌਣ ਜਾਣੇ ਪੀਰ ਪਰਾਈ, ਉਹੀ ਬੰਦਾ ਜਾਣਦਾ ਕਿ ਉਹ ਤੇ ਕੀ ਦੁੱਖ ਆ। ਹੱਸਣ ਨੂੰ, ਦੇਖਣ ਨੂੰ, ਹਾਲ ਚਾਲ ਪੁੱਛਣ ਨੂੰ ਤਾਂ ਸਾਰੇ ਆਪਾਂ ਕਹਿ ਦਿੰਦੇ ਆ ਕੀ ਹਾਲ ਚਾਲ ਆ, ਅੱਗੋਂ ਠੀਕ ਆ, ਚੜ੍ਹਦੀ ਕਲਾ, ਸਭ ਰਾਜੀ ਆ, ਇਹ ਜਵਾਬ ਮਿਲਦੇ ਨੇ ਭਾਵੇਂ, ਪਰ ਇਹ ਕਿੱਥੋਂ ਹੱਦ ਤੱਕ ਸਹੀ ਨੇ ਇਹ ਤੁਸੀਂ, ਮੈਂ, ਅਸੀਂ ਸਾਰੇ ਜਾਣਦੇ ਹਾਂ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਦੀ ਬਾਣੀ ਝੂਠੀ ਨਹੀਂ ਹੋ ਸਕਦੀ। ਇਸ ਕਰਕੇ ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਯਤਨ ਕਾਟ ਕਲਕਾਲ। ਇੱਕ ਹੀ ਕਹਿੰਦੇ, ਇੱਕ ਹੀ ਕੋਸ਼ਿਸ਼ ਆ, ਇੱਕ ਹੀ ਯਤਨ ਆ, ਜਿਹਦੇ ਨਾਲ ਇਹ ਸੰਜਮ ਜਿਹੜਾ ਹੈ ਇਹਦੇ ਕਰਕੇ ਹੀ ਜਮਾਂ ਦੀ ਫਾਹੀ ਕੱਟੀ ਜਾ ਸਕਦੀ ਆ, ਮਨ ਨੂੰ ਟਿਕਾਇਆ ਜਾ ਸਕਦਾ। ਜਮ ਦਾ ਅਰਥ ਆ ਜਨਮ ਹੋਣਾ ਤੇ ਮਰਨ ਹੋਣਾ। ਇਹ ਤੋਂ ਬੰਦਾ ਜਿਹੜਾ ਹੈ ਉੱਪਰ ਹੋ ਸਕਦਾ। ਇੱਕ ਹੀ ਚੀਜ਼ ਆ।
ਹੁਣ ਜੇ ਆਪਾਂ ਗੱਲ ਕਰੀਏ ਇਤਿਹਾਸ ਦੀ, ਤੁਸੀਂ ਇੱਕ ਸ਼ਬਦ ਸੁਣਿਆ ਹੋਵੇਗਾ, ਬੇਦਾਵਾ। ਬੇਦਾਵਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਕੁਝ ਸਿੱਖਾਂ ਨੇ ਜਦੋਂ ਬਹੁਤ ਭੁੱਖ ਲੱਗੀ, ਜਦੋਂ ਬਹੁਤ ਜ਼ਿਆਦਾ ਪੀੜ ਹੋਈ, ਦਰਦ ਹੋਇਆ, ਨਹੀਂ ਸਹਾਰ ਸਕੇ ਤੇ ਗੁਰੂ ਮਹਾਰਾਜ ਨੂੰ ਕਹਿੰਦੇ ਅਸੀਂ ਜਾਣਾ ਚਾਹੁੰਦੇ ਹਾਂ। ਸਤਿਗੁਰੂ ਜੀ ਨੇ ਆਖਿਆ, ਇਉਂ ਕਰੋ, ਇੱਕ ਚਿੱਠੀ ਲਿਖ ਕੇ ਉਹਦੇ ਤੇ ਆਪਣੇ ਦਸਤਖਤ ਕਰ ਦਿਓ, ਸਿਗਨੇਚਰ ਕਰੋ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ, ਤੇ ਉਹ ਮੈਨੂੰ ਦੇ ਦਿਓ ਤੇ ਚਲੇ ਜਾਓ। ਇਹ ਲਿਖਿਆ ਗਿਆ ਇਤਿਹਾਸ ਦੇ ਵਿੱਚ ਇਵੇਂ ਆ, ਗੌਰ ਦੇ ਨਾਲ ਸੁਣਨਾ ਇਹਨਾਂ ਗੱਲਾਂ ਨੂੰ। ਕਹਿੰਦੇ 100 ਜਿਹੜਾ ਸਿੱਖ ਸੀ ਨਾ, 100 ਸਿੰਘ ਸੀ, ਉਹਨਾਂ ਦਾ ਮਨ ਸੀ ਜਾਣ ਦਾ, ਮਨ 100 ਦਾ ਬਣਿਆ ਦੇਖੋ, ਪਰ ਬਾਅਦ ਵਿੱਚ ਹਿੰਮਤ ਨਹੀਂ ਪਈ ਤੇ 60 ਦਾ ਮਨ ਬਦਲ ਗਿਆ। ਕਹਿੰਦੇ ਨਹੀਂ, ਇਹ ਸਾਥੋਂ ਨਹੀਂ ਹੋਣਾ, ਲਿਖ ਕੇ ਨਹੀਂ ਦੇ ਸਕਦੇ ਅਸੀਂ, ਮਨ ਸਾਡਾ ਜ਼ਰੂਰ ਦੁਖੀ ਆ, ਇੱਥੇ ਭੁੱਖੇ ਰਹਿ ਰਹੇ ਆ, ਪੀੜਾ ਬੜੀ ਆ, ਪਰ ਨਹੀਂ, ਸਾਥੋਂ ਲਿਖਿਆ ਨਹੀਂ ਜਾਣਾ। ਜੇ ਕੋਈ ਲਿਖ ਵੀ ਦਊਗਾ, ਥੱਲੇ ਸਾਈਨ ਵੀ ਕਰਨੇ, ਉਹ ਵੀ ਸਾਡੇ ਤੋਂ ਨਹੀਂ ਹੋਣੇ, ਸਿਗਨੇਚਰ ਸਾਡੇ ਤੋਂ, ਦਸਖਤ ਜਿਹੜੇ ਨੇ ਨਹੀਂ ਕਰ ਸਕਦੇ, ਸਾਡੀ ਰੂਹ ਨਹੀਂ ਮੰਨਦੀ। ਦੇਖੋ ਕਈ ਵਾਰੀ ਮਨ ਕਹਿੰਦਾ ਹੁੰਦਾ ਗਲਤ ਕਰ, ਉਦੋਂ ਸਾਡੀ ਆਤਮਾ ਨਹੀਂ ਮੰਨਦੀ ਹੁੰਦੀ ਨਾ, ਉਦੋਂ ਆਤਮਾ ਸਹੀ ਹੁੰਦੀ ਆ ਹਮੇਸ਼ਾ। ਇਹਨੂੰ ਕਿਹਾ ਜਾਂਦਾ ਕਿ ਇੱਕ ਰੱਬ ਦਾ ਰੇਡੀਓ ਆ ਸਾਡੇ ਅੰਦਰ, ਉਹ ਆਤਮਾ ਦੀ ਆਵਾਜ਼ ਰੱਬ ਦਾ ਰੇਡੀਓ ਆ, ਉਹ ਤੁਹਾਨੂੰ ਕਦੇ ਕੁਝ ਗਲਤ ਨਹੀਂ ਕਰਨ ਦਿੰਦੀ। ਚੋਰ ਚੋਰੀ ਕਰਦਾ ਹੈ ਨਾ, ਉਹਦੇ ਅੰਦਰੋਂ ਆਵਾਜ਼ ਆਊਗੀ ਨਾ ਕਰ, ਰਹਿਣ ਦੇ। ਤੁਸੀਂ ਕੁਝ ਗਲਤ ਕਰਨ ਲੱਗੇ ਹੋ, ਇੱਕ ਆਵਾਜ਼ ਆਊਗੀ ਨਾ ਕਰ, ਰਹਿਣ ਦੇ, ਨਾ ਕਰ। ਉਹ ਰੱਬ ਦੀ ਹੀ ਆਵਾਜ਼ ਹੁੰਦੀ ਆ, ਰੱਬ ਦੀ ਆਵਾਜ਼ ਉਹਨੂੰ ਕਹਿੰਦੇ ਆਤਮਾ ਦੀ ਆਵਾਜ਼, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਆ। ਰੱਬ ਤੁਹਾਨੂੰ ਰੋਕ ਰਿਹਾ ਹੁੰਦਾ, ਪਰ ਤੁਹਾਡਾ ਮਨ ਜਿਹੜਾ ਹੈ, ਸਾਡਾ ਮਨ ਜਿਹੜਾ ਹੈ, ਉਹਨੂੰ ਦੱਬ ਦਿੰਦਾ, ਨਹੀਂ ਨਹੀਂ ਨਹੀਂ, ਮੈਂ ਸਿਆਣਾ, ਮੈਂ ਸਿਆਣਾ। ਇਵੇਂ ਸਮਝੋ ਦੋ ਚੀਜ਼ਾਂ ਸਾਡੇ ਅੰਦਰ ਨੇ, ਇੱਕ ਕਹਿੰਦੀ ਆ ਕਰ, ਇੱਕ ਕਹਿੰਦੀ ਆ ਨਾ ਕਰ, ਇੱਕ ਕਹਿੰਦੀ ਆ ਨਹੀਂ ਨਹੀਂ ਕਰਨਾ ਹੀ ਕਰਨਾ, ਇੱਕ ਕਹਿੰਦੀ ਨਹੀਂ ਕਰਨਾ। ਫਿਰ ਤੁਸੀਂ ਇੱਕ ਨੂੰ ਚੁਣ ਲੈਂਦੇ ਹੋ। ਉਦੋਂ ਫਿਰ 40 ਨੇ ਚੁਣ ਲਿਆ ਕਿ ਅਸੀਂ ਗੁਰੂ ਨੂੰ ਛੱਡਣਾ ਹੀ ਆ, ਛੱਡਣਾ ਹੀ ਆ। ਬੇਦਾਵਾ ਲਿਖ ਦਿੱਤਾ, ਚਿੱਠੀ ਨੂੰ ਆਖਿਆ ਗਿਆ ਬੇਦਾਵਾ, ਬੇਦਾਵਾ ਲਿਖਤਾ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸਿੰਘਾਂ ਨੇ ਵੀ ਸੁੱਖਾਂ ਦੇ ਮਾਰਿਆਂ ਨੇ ਬੇਦਾਵਾ ਲਿਖਿਆ ਕਿ ਘਰੇ ਜਾਂਦੇ ਆ, ਪ੍ਰਸ਼ਾਦਾ ਛਕਦੇ ਆ, ਵਧੀਆ ਤਰੀਕੇ ਨਾਲ ਪਲੰਘ ਤੇ ਸੌਂਦੇ, ਇੱਥੇ ਘੋੜਿਆਂ ਦੀਆਂ ਕਾਠੀਆਂ ਤੇ ਸਾਨੂੰ ਸੌਣਾ ਪੈਂਦਾ। ਤਾਂ 40 ਨੇ 100 ਦਾ ਮਨ ਸੀ, ਪਰ 60 ਦਾ ਮਨ ਨਹੀਂ ਮੰਨਿਆ ਕਿ ਅਸੀਂ ਚਿੱਠੀ ਲਿਖੀਏ। ਨਹੀਂ, ਕਹਿੰਦੇ ਨਹੀਂ, ਸਾਥੋਂ ਇਹ ਹੋਣਾ ਨਹੀਂ। ਤਾਂ ਹੀ ਕਿਹਾ ਜਾਂਦਾ ਹੈ, ਮਨੋਵਿਗਿਆਨੀ ਇੱਕ ਗੱਲ ਕਹਿੰਦੇ ਨੇ, ਇਹਨੂੰ ਨੋਟ ਕਰ ਲਵੋ ਤੁਸੀਂ, ਬੜੀ ਕੰਮ ਆਵੇਗੀ। ਜੇ ਤੁਹਾਡੇ ਮਨ ਤੇ ਕੋਈ ਬੋਝ ਬਣਿਆ ਹੋਇਆ ਹੈ, ਬਹੁਤ ਗੱਲਾਂ ਦਾ ਭਾਰ ਆ, ਪਰ ਤੁਹਾਨੂੰ ਕੋਈ ਦੋਸਤ ਨਹੀਂ ਲੱਭਦਾ, ਕੋਈ ਮਿੱਤਰ ਨਹੀਂ ਲੱਭਦਾ ਉਹਨੂੰ ਸ਼ੇਅਰ ਕਰਨ ਵਾਸਤੇ, ਤੁਹਾਨੂੰ ਲੱਗਦਾ ਹੀ ਨਹੀਂ ਮੇਰਾ ਕੋਈ ਹੈ, ਤਾਂ ਉਹਨੂੰ ਇੱਕ ਕਾਗਜ਼ ਤੇ ਉਤਾਰੋ। ਪਹਿਲਾਂ ਆਪਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ, ਟੈਨਸ਼ਨਾਂ ਨੇ, ਕਾਗਜ਼ ਤੇ ਉਤਾਰੋ ਤੇ ਬਾਅਦ ਵਿੱਚ ਉਹਨੂੰ ਅੱਗ 'ਚ ਸਾੜ ਦਿਓ। ਤੇ 100% ਮਨੋਵਿਗਿਆਨੀ ਕਹਿੰਦੇ ਨੇ ਤੁਹਾਨੂੰ ਆਰਾਮ ਮਹਿਸੂਸ ਮਿਲੇਗਾ ਇਹਦੇ ਨਾਲ, ਇਹ ਕਰਨ ਦੇ ਨਾਲ। ਕਿਉਂਕਿ ਤੁਸੀਂ ਉਹ ਜੋ ਮਨ 'ਚ ਦੱਬਿਆ ਸੀ, ਦਮਨ ਕੀਤਾ ਸੀ, ਉਹਨੂੰ ਲਿਖ ਲਿਆ, ਹੁਣ ਸਾੜ ਵੀ ਦਿੱਤਾ। ਇਵੇਂ ਹੁੰਦਾ ਹੈ। ਉਹ ਬੰਦੇ ਜਿਹੜੇ ਦੱਬੀ ਜਾਂਦੇ ਆ, ਗੱਲਾਂ ਦੱਬੀ ਜਾਂਦੇ ਆ ਅੰਦਰ, ਮਹਾਰਾਜ ਦੀ ਬਾਣੀ ਕਹਿੰਦੀ ਉਹ ਪ੍ਰੈਸ਼ਰ ਨਾਲ ਬਾਹਰ ਆਉਂਦੀਆਂ ਨੇ। ਬਾਅਦ 'ਚ ਪ੍ਰੈਸ਼ਰ ਬਣ ਜਾਂਦਾ, ਪਾਣੀ ਦੱਬੋਗੇ ਅੱਗੋਂ ਪੈਪ, ਪ੍ਰੈਸ਼ਰ ਨਹੀਂ ਬਣ ਜਾਂਦਾ। ਇਵੇਂ ਇਹ ਚਿੰਤਾਵਾਂ ਨੇ। ਤਾਂ ਖੈਰ ਫਿਰ ਉਹ ਜਿਹੜਾ ਬੇਦਾਵਾ ਸੀ ਨਾ, 40 ਨੇ ਲਿਖ ਦਿੱਤਾ, ਚਲੇ ਗਏ, ਪਰ ਉਹ ਤਾਂ ਵਾਪਸ ਆ ਗਏ ਸੀ। ਬੇਦਾਵਾ ਲਿਖਿਆ, ਬਾਅਦ ਚੋਂ ਅਹਿਸਾਸ ਹੋਇਆ ਹਰ ਇੱਕ ਕੀਤੀ ਹੋਈ ਗਲਤੀ, ਹਰ ਇੱਕ ਕੀਤਾ ਹੋਇਆ ਗੁਨਾਹ ਮਨ ਦਾ ਬੋਝ ਹੁੰਦਾ ਹੈ। ਤੁਸੀਂ ਕਰੋਗੇ ਤੁਹਾਡੇ ਬੋਝ ਬਣੂ। ਮਰਿਆਦਾ ਹੈ, ਇਹੀ ਮਰਿਆਦਾ, ਮੈਂ ਕਰੂੰਗਾ ਮੇਰੇ ਮਨ ਨੂੰ।
ਬਹੁਤ ਲੋਕ ਇੱਥੇ ਗਲਤੀਆਂ ਇੱਕ ਨਹੀਂ ਦਿਨ 'ਚ 100 ਕਰਦੇ ਨੇ। ਉਹਨਾਂ ਦੇ ਅੰਦਰ ਪੱਥਰ ਹੈ, ਪੱਥਰ, ਇਹ ਵੱਡੇ ਵੱਡੇ ਪੱਥਰ ਨੇ ਉਹਨਾਂ ਦੇ ਅੰਦਰ, ਭਾਰ ਬਣਿਆ ਪਿਆ। ਉਹਨਾਂ ਦੀ ਲਾਈਫ ਆ ਜਿਹੜੀ ਜ਼ਿੰਦਗੀ ਆ ਬਹੁਤ ਜ਼ਿਆਦਾ ਅੰਦਰੋਂ ਉਖੜੇ ਲੋਕ ਨੇ, ਬਹੁਤ ਜ਼ਿਆਦਾ। ਤਾਂ ਉਹਨਾਂ 40 ਨੇ ਵਿਦਾਵਾ ਲਿਖਿਆ, ਗਲਤੀ ਦਾ ਅਹਿਸਾਸ ਹੋਇਆ, ਮਹਾਰਾਜ ਨੂੰ ਆ ਕੇ ਮਿਲਦੇ ਨੇ। ਸਤਿਗੁਰੂ ਜੀ ਫਿਰ ਉਹ ਵਿਦਾਵਾ ਪਾੜ ਦਿੰਦੇ ਨੇ। ਗੁਰੂ ਸਾਹਿਬ ਨੂੰ ਕਹਿੰਦੇ ਸਾਥੋਂ ਭੁੱਲ ਹੋ ਗਈ। ਭਾਈ ਮਹਾ ਸਿੰਘ ਜੀ ਕਹਿੰਦੇ ਨੇ ਸਾਥੋਂ ਭੁੱਲ ਹੋ ਗਈ, ਅਸੀਂ ਇਹ ਲਿਖਣਾ ਨਹੀਂ ਸੀ, ਗਲਤੀ ਹੋ ਗਈ। ਤੇ ਮਹਾਰਾਜ ਨੇ ਕੀ ਆਖਿਆ ਸੀ? ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇੱਕ ਰੱਬ ਗਲਤੀ ਨਹੀਂ ਕਰਦਾ, ਇੱਕ ਗੁਰੂ ਕਦੇ ਗਲਤੀ ਨਹੀਂ ਕਰਦਾ, ਗੁਰੂ ਨਾਨਕ ਸਾਹਿਬ ਜੀ ਕਦੇ ਭੁੱਲਦੇ ਨਹੀਂ, ਇੱਕ ਰੱਬ ਨਹੀਂ ਭੁੱਲਦਾ, ਬੰਦਾ ਗਲਤੀਆਂ ਦਾ ਪੁਤਲਾ ਹੈ। ਫਿਰ ਕੀ ਹੋ ਗਿਆ ਮਹਾ ਸਿੰਘ? ਇਹ ਮੇਰੀ ਖੀਸੇ 'ਚ ਸੀ ਚਿੱਠੀ, ਮੈਨੂੰ ਪਤਾ ਸੀ ਤੁਸੀਂ ਮੁੜੋਗੇ, ਮੈਨੂੰ ਪਤਾ ਸੀ ਤੁਸੀਂ ਮੁੜੋਗੇ, ਤੇ ਵਿਦਾਵਾ ਪਾੜ ਦਿੱਤਾ। ਕਹਿੰਦੇ ਆ ਲੋ, ਟੁਕੜੇ ਟੁਕੜੇ ਉਹਦੇ ਕਰ ਦਿੱਤੇ। ਕਹਿਣ ਦਾ ਭਾਵ ਇਹ ਆ, ਪ੍ਰਾਤਨ ਸਿੰਘ ਵਿਦਾਵਾ ਲਿਖਦੇ ਸੀ ਨਾ, ਉਹ ਮੁੜੇ ਆਉਂਦੇ ਸੀ। ਜਿਹੜੇ ਅੱਜ ਦੇ ਨੇ ਆਪਾਂ ਹਾਂ, ਆਪਾਂ ਵਿਦਾਵਾ ਲਿਖੀਏ, ਆਪਾਂ ਨਹੀਂ ਮੁੜਦੇ। ਇੱਕ ਉਹ ਨੇ ਜਿਹੜੇ ਵਿਦਾਵਾ ਲਿਖ ਕੇ ਦੇ ਗਏ ਸੀ, ਮੁੜਿਆਏ 40 ਮੁਕਤੇ ਕਹਾਏ, 40 ਮੁਕਤੇ ਕਹਾਏ। ਇੱਕ ਉਹ ਨੇ ਜਿਹੜੇ ਵਿਦਾਵਾ ਲਿਖ ਕੇ ਦੇ ਗਏ ਆ ਪਰ ਕਦੇ ਮੁੜ ਨਹੀਂ ਰਹੇ। ਗੁਰੂ ਨੂੰ ਬੰਦਾ ਪਤਾ ਕੀ ਕਹਿੰਦਾ ਹੈ? ਮੈਂ ਤੇਥੋਂ ਕੁਝ ਮੰਗਿਆ ਸੀ, ਤੂੰ ਨਹੀਂ ਦਿੱਤਾ, ਹੁਣ ਤੇਰਾ ਮੇਰਾ ਕੋਈ ਨਾਤਾ ਹੀ ਨਹੀਂ ਹੈਗਾ, ਰਿਸ਼ਤਾ ਸਾਡਾ ਟੁੱਟਿਆ, ਹੁਣ ਨਹੀਂ ਮੈਂ ਮੁੜਨਾ। ਇਸ ਕਰਕੇ ਉਹ ਸਿੱਖ, ਉਹ ਸਿੰਘ ਜਿਹੜੇ ਸੀ ਨਾ, ਮੰਨਦੇ ਹਾਂ ਵਿਦਾਵਾ ਲਿਖਿਆ ਪਰ ਮੁੜੇ ਆਏ, ਗਲਤੀ ਮੰਨੀ, ਗੁਰੂ ਸਾਹਿਬ ਨੇ ਗਲਵੱਕੜੀ 'ਚ ਲਿਆ, ਉਹ ਤਾਂ ਮੁਕਤ ਹੋ ਗਏ ਨੇ। ਜਿਹੜੇ ਅਸੀਂ ਹਾਂ ਜਿਨ੍ਹਾਂ ਨੇ ਵਿਦਾਵਾ ਲਿਖਿਆ ਤੇ ਕਦੇ ਮੁੜਨ ਦੀ ਆਸ ਨਹੀਂ, ਉਹਨਾਂ ਦਾ ਕੀ ਹੋਵੇਗਾ? ਉਹਨਾਂ ਦਾ ਗੱਲ ਤਾਂ ਉਹਨਾਂ ਦੀ ਸੋਚਣੀ ਆ ਕਿ ਉਹਨਾਂ ਦਾ ਬਣੇਗਾ ਕੀ। ਇੱਕ ਮੈਂ ਗੁਰਮੁਖ ਨੂੰ ਪੜ੍ਹ ਰਿਹਾ ਸੀ, ਬੜੀ ਸੁੰਦਰ ਕਿਤਾਬ ਆ। ਕਹਿੰਦੇ ਇੱਕ ਬੰਦੇ ਨੂੰ ਪਤਾ ਨਹੀਂ, ਇੱਕ ਬੰਦੇ ਨੂੰ ਪਤਾ ਨਹੀਂ ਹੈਗਾ ਕਿ ਕੀ ਹੁੰਦਾ, ਕੀ ਨਹੀਂ ਹੁੰਦਾ, ਉਹਨੂੰ ਮਾਫ ਕਰ ਸਕਦੇ ਹਾਂ। ਇੱਕ ਬੰਦੇ ਨੂੰ ਸਭ ਪਤਾ, ਉਹ ਜਾਣ ਕੇ ਕਰਦਾ, ਜਾਣ ਕੇ ਚਲਾਕੀਆਂ ਕਰਦਾ, ਤੇ ਪਤੇ ਵਾਲੇ ਦੇ ਕੁੱਟ, ਉਹਨਾਂ ਨੇ ਲਿਖਿਆ, ਬਾਹਲੀ ਪੈਂਦੀ ਹੁੰਦੀ ਆ। ਪਤੇ ਵਾਲਿਆਂ ਦੇ ਕੁੱਟ ਬਹੁਤ ਪੈਂਦੀ ਹੁੰਦੀ ਆ। ਇੱਕ ਬੱਚੇ ਨੂੰ, ਨਿਆਣੇ ਨੂੰ ਨਹੀਂ ਪਤਾ ਕਿ ਇਹ ਚੀਜ਼ ਗਲਤ ਆ, ਉਹਨੂੰ ਮਾਫ ਕੀਤਾ ਜਾ ਸਕਦਾ ਹੈ ਤੇ ਗੁਰੂ ਜੀ ਕਰ ਦੇਣਗੇ। ਇੱਕ ਬੰਦਾ ਉਹ ਆ, ਮੈਨੂੰ ਸਭ ਪਤਾ, ਮੈਂ ਚਲਾਕੀ ਤੇ ਚਲਾਕੀ, ਮੈਂ ਚਲਾਕੀਆਂ ਹੀ ਚਲਾਕੀਆਂ ਕਰੀ ਜਾਂਦਾ, ਉਹਦਾ ਕੀ ਹੋਊਗਾ? ਕਬੀਰ ਮਨ ਜਾਣੈ ਸਭ ਬਾਤ, ਮੇਰਾ ਮਨ ਸਾਰੀਆਂ ਗੱਲਾਂ ਜਾਣਦਾ, ਪਰ ਜਾਣਤ ਹੀ ਔਗਣ ਕਰੇ, ਤੇ ਜਾਣ ਕੇ ਗਲਤੀਆਂ ਕਰਦਾ ਮੈਂ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਇੱਦਾਂ ਹੋਰ ਸਮਝੋਗੇ ਇਸ ਗੱਲ ਨੂੰ, ਬੇਈਮਾਨੀ ਕਰਨੀ ਪਾਪ ਆ, ਤੁਸੀਂ ਮੈਂ ਸਾਰੇ ਜਾਣਦੇ ਹਾਂ। ਮੈਨੂੰ ਪਤਾ ਬੇਈਮਾਨੀ ਕਰਨੀ ਪਾਪ ਆ, ਮੈਂ ਕਰੀ ਜਾਂਦਾ। ਇਹਨੂੰ ਅੱਧਾ ਗਿਆਨ ਕਹਿੰਦੇ ਨੇ, ਅੱਧਾ ਗਿਆਨ। ਦੇਖਿਓ, ਧਿਆਨ ਦੇ ਨਾਲ ਸੁਣਿਓ। ਮੈਨੂੰ ਪਤਾ ਝੂਠ ਬੋਲਣਾ ਪਾਪ ਆ, ਮੈਂ ਬੋਲੀ ਜਾਂਦਾ, ਇਹਨੂੰ ਅਧੂਰਾ ਗਿਆਨ ਕਹਿੰਦੇ ਨੇ। ਇਹ ਬੰਦੇ ਨੂੰ ਸੋਝੀ ਆ ਪਰ ਅੱਧੀ ਸੋਝੀ ਆ, ਅੱਧਾ ਗਿਆਨ, ਅੱਧੀ ਸੋਝੀ ਬਹੁਤ ਖਤਰਨਾਕ ਹੁੰਦੀ ਆ। ਮੈਨੂੰ ਪਤਾ ਬੇਈਮਾਨੀ ਕਰਨੀ ਪਾਪ ਆ, ਮੈਂ ਛੱਡਤੀ, ਇਹ ਸੱਚਾ ਗਿਆਨ ਹੈ। ਮੈਨੂੰ ਪਤਾ ਝੂਠ ਬੋਲਣਾ ਗਲਤ ਆ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਮੈਂ ਛੱਡ ਵੀ ਦਿੱਤਾ ਝੂਠ ਬੋਲਣਾ, ਇਹ ਸੱਚਾ ਗਿਆਨ ਆ। ਗਿਆਨ ਕਿਹਨੂੰ ਨਹੀਂ? ਗਿਆਨ ਸਾਰਿਆਂ ਨੂੰ ਆ, ਪਰ ਜਿਨ੍ਹਾਂ ਨੂੰ ਅੱਧਾ ਗਿਆਨ ਆ ਉਹ ਬੜੇ ਖਤਰਨਾਕ ਲੋਕ ਨੇ। ਉਹ ਜਾਣਦੇ ਵੀ ਨੇ ਤੇ ਕਰਦੇ ਵੀ ਨੇ, ਜਾਣਦੇ ਵੀ ਨੇ, ਕਰਦੇ ਵੀ ਨੇ। ਪਹਿਲਾਂ ਆਖ ਦਿੱਤਾ ਹੈ, ਹਰ ਇੱਕ ਕੀਤਾ ਹੋਇਆ ਗੁਨਾਹ ਤੁਹਾਡੇ ਮਨ ਦਾ ਬੋਝ ਹੁੰਦਾ ਹੈ। ਫਿਰ ਤੁਸੀਂ ਕਹਿੰਦੇ ਹੋ ਕਿ ਮੇਰੇ ਮਨ ਤੇ ਭਾਰ ਬਣ ਗਿਆ, ਮੈਨੂੰ ਲਾਈਫ ਜਿਉਣੀ ਨਹੀਂ ਆ ਰਹੀ। ਫਿਰ ਤੁਸੀਂ ਨਾਲ ਦਿਆਂ ਨੂੰ ਵੀ, ਸੰਪਰਕ ਵਾਲੇ ਲੋਕਾਂ ਦੀ ਵੀ ਜ਼ਿੰਦਗੀ ਖਰਾਬ ਕਰ ਦਿੰਦੇ ਹੋ। ਆਪਾਂ ਸਾਰੇ ਇਹਦੇ ਵਿੱਚ ਇਨਵੋਲਵ ਹਾਂ, ਤੁਸੀਂ, ਮੈਂ, ਅਸੀਂ ਸਾਰੇ ਹੀ।
ਆਪਾਂ ਗੱਲ ਕਰ ਰਹੇ ਸੀ ਬੇਦਾਵੇ ਦੀ। ਬੇਦਾਵਾ ਪੁਰਾਤਨ ਸਿੰਘਾਂ ਦਾ ਲਿਖਿਆ ਬੇਦਾਵਾ ਮੁੜ ਆਇਆ। ਉਹ ਮਿਲ ਗਏ ਗੁਰੂ ਨੂੰ, ਗੁਰੂ ਨੇ ਉਹਨਾਂ ਨੂੰ ਮਾਫ ਵੀ ਕੀਤਾ। ਉਹਨਾਂ ਦੇ ਆਪਾਂ ਦਿਨ ਵੀ ਮਨਾਉਂਦੇ ਹਾਂ। ਕਈ ਗੁਰੂ ਘਰਾਂ ਦੇ ਵਿੱਚ ਤਾਂ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ ਡਿਟੇਲ ਦੇ ਵਿੱਚ, 40 ਦੇ ਨਾਮ ਵੀ ਲਿਖੇ ਹੋਏ ਨੇ, ਅਰਦਾਸ ਵਿੱਚ ਵੀ ਉਹਨਾਂ ਦਾ ਨਾਮ ਹੈ। ਤਾਂ ਇਸ ਕਰਕੇ ਮੇਰੇ ਕਹਿਣ ਦਾ ਭਾਵ ਇਹ ਆ, ਜਿਹੜੇ ਅੱਜ ਬੇਦਾਵਾ ਲਿਖ ਕੇ ਦੇ ਰਹੇ ਨੇ ਉਹਨਾਂ ਦੇ ਮੁੜਨ ਦਾ ਤਾਂ ਕੋਈ ਚਾਂਸ ਹੀ ਬਚਿਆ ਹੀ ਨਹੀਂ ਹੈਗਾ। ਇਸ ਕਰਕੇ ਕੜਾ ਉਤਾਰ ਕੇ ਗੁਰੂ ਨੂੰ ਦਿਖਾ ਕੇ ਵੀ ਆ ਤੇਰਾ ਕੜਾ ਹੈ, ਆ ਚੱਕ ਸ਼੍ਰੀ ਸਾਹਿਬ, ਆ ਤੇਰੀ ਹੋਈ ਹੈ, ਲੈ ਆ ਚੱਕ, ਆ ਕੇਸ ਤੇਰੇ ਨੇ, ਆ ਚੱਕ, ਕਤਲ ਹੋ ਰਹੇ ਨੇ। ਇਸ ਕਰਕੇ ਦਾੜਾ ਹੈ ਉਹ ਸਭ ਕੁਝ ਇੱਦਾਂ ਹੋ ਰਿਹਾ ਨਾ, ਇਹ ਬੇਦਾਵਾ ਹੀ ਹੁੰਦਾ ਹੈ, ਇਹ ਬੇਦਾਵਾ ਹੀ ਹੁੰਦਾ, ਇਹਨੂੰ ਬੇਦਾਵਾ ਕਹਿੰਦੇ ਨੇ। ਉਹ ਚਿੱਠੀ ਦੇ ਰੂਪ ਵਿੱਚ ਦੇ ਗਏ ਸੀ, ਇਹ ਸਿੱਧਾ ਹੀ ਆਮੋ ਸਾਹਮਣੇ ਹੋ ਕੇ ਦੇ ਰਹੇ ਨੇ। ਤਾਂ ਇਸ ਕਰਕੇ ਕਹਿੰਦੇ ਨੇ ਜਿੰਨੇ ਮਰਜੀ ਬੇਦਾਵੇ ਦੇ ਦੀ। ਇੱਥੇ ਇੱਕ ਪੰਗਤੀ ਆ ਰਹੀ ਆ, ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ। ਕੰਮ ਤੇਰੇ ਹੋਣਾ ਹੀ ਹੋਣਾ, ਇਹਨੂੰ ਤੂੰ ਬੇਦਾਵੇ ਲਿਖ ਕੇ ਦੇ ਰਹੇ, ਉਹਦੇ ਬਿਨਾ ਕਿਸੇ ਨੇ ਨਹੀਂ ਹੋਣਾ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ। ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ। ਅੰਧਕਾਰ ਬਿਨਸ ਜਾਂਦਾ ਹੈ ਸੰਗਤ ਚ ਆ ਕੇ। ਸੰਗਤ ਚ ਆ ਕੇ ਨਾ ਬੰਦੇ ਦੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ। ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਕਦੇ ਗਾਇਆ ਨਹੀਂ ਹੁੰਦਾ ਉਹ ਵੀ ਇੱਕ ਸੁਰ 'ਚ ਸਤਿਨਾਮ ਵਾਹਿਗੁਰੂ ਕਹਿਣ ਲੱਗ ਪੈਂਦੇ ਨੇ। ਜਿਨ੍ਹਾਂ ਨੇ ਕਦੇ ਵੀ ਗਾਇਆ ਨਹੀਂ ਹੁੰਦਾ ਉਹ ਵੀ ਗਾਉਣ ਲੱਗ ਪੈਂਦੇ ਨੇ ਸੁਰ ਦੇ ਵਿੱਚ। ਜਿਨ੍ਹਾਂ ਦਾ ਮਨ ਕਦੇ ਟਿਕਿਆ ਨਹੀਂ ਹੁੰਦਾ ਉਹ ਟਿਕਣ ਲੱਗ ਜਾਂਦਾ ਹੈ ਸੰਗਤ ਵਿੱਚ ਆ ਕੇ। ਕਿਉਂ ਟਿਕਦਾ? ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਬਖਾਣੀਐ। ਸਾਧ ਸੰਗਤ ਵਿੱਚ ਇੱਕ ਦੀ ਗੱਲ ਹੁੰਦੀ ਆ, ਇੱਕ ਦੀ। ਜਦੋਂ ਟੁੱਟਿਆ ਹੋਇਆ ਮਨ ਇੱਕ ਨੂੰ ਸੁਣਦਾ ਹੈ, ਇੱਕ ਨੂੰ ਪੜ੍ਹਦਾ ਹੈ, ਤਾਂ ਉਹਦਾ ਟੁੱਟਿਆ ਹੋਇਆ ਮਨ ਟੋਟੇ ਟੋਟੇ ਇੱਕ ਹੋਣਾ ਸ਼ੁਰੂ ਹੋ ਜਾਂਦਾ। ਤਾਂ ਗੁਰੂ ਕੋਲੇ ਬੈਠ ਕੇ ਸਾਨੂੰ ਸ਼ਾਂਤੀ ਆਉਂਦੀ ਆ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀ ਮਾਣ ਸਾਚਾ, ਨਾਨਕ ਕੀ ਪ੍ਰਵਟੇਕ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਨੂੰ ਤਾਂ ਤੁਹਾਡਾ ਹੀ ਆਸਰਾ ਹੈ ਜੀ, ਤੇ ਤੁਹਾਡੀ ਬਾਣੀ ਹੀ ਸਾਡਾ ਸਰਮਾਇਆ ਹੈ, ਪੂੰਜੀ ਆ, ਦੌਲਤ ਆ। ਰਾਸ ਪੂੰਜੀ ਏਕ। ਤੁਹਾਡੀ ਗੁਰਬਾਣੀ, ਤੁਹਾਡੀ ਕਥਾ, ਤੁਹਾਡਾ ਕੀਰਤਨ, ਇਹ ਸਾਡੀ ਦੌਲਤ ਆ। ਇਹਨੂੰ ਅਸੀਂ ਸਾਂਭ ਸਾਂਭ ਰੱਖਾਂਗੇ। ਘਰ ਦੇ ਵਿੱਚ ਆਧਾਰ ਕਾਰਡ ਆ, ਪੈਨ ਕਾਰਡ ਆ, ਪਾਸਪੋਰਟ ਆ, ਜ਼ਮੀਨ ਦੇ ਕਾਗਜ਼ ਨੇ, ਬੰਦਾ ਉਹਨੂੰ ਸਾਂਭ ਸਾਂਭ ਰੱਖਦਾ ਹੈ। ਜ਼ਰੂਰੀ ਆ, ਜ਼ਰੂਰੀ ਆ, ਸਾਂਭਣੇ ਵੀ ਚਾਹੀਦੇ ਨੇ। ਜਿਹੜੇ ਨਹੀਂ ਸਾਂਭਦੇ ਪਛਤਾਉਂਦੇ ਨੇ। ਜ਼ਰੂਰੀ ਆ। ਕਹਿੰਦੇ ਨੇ ਜਦੋਂ ਲੱਭਣ ਲੱਗਦੇ ਨੇ ਉਹ ਚੀਜ਼ਾਂ, ਜਿਹੜੇ ਬੰਦੇ ਸਾਂਭਦੇ ਨਹੀਂ ਕਹਿੰਦੇ ਹੋਰ ਕੁਝ ਲੱਭ ਪੈਂਦਾ। ਉਹ ਚੀਜ਼ਾਂ ਨਹੀਂ ਲੱਭਦੀਆਂ ਜਿਹੜੀਆਂ ਐਟ ਏ ਟਾਈਮ ਚਾਹੀਦੀਆਂ ਹੁੰਦੀਆਂ, ਇਹਨਾਂ ਨੇ ਸਾਂਭੀਆਂ ਨਹੀਂ ਹੁੰਦੀਆਂ। ਤਾਂ ਕਰਕੇ ਕਿਹਾ ਜਾਂਦਾ ਗੁਰਬਾਣੀ ਨੂੰ ਵੀ ਇਉਂ ਸਾਂਭੋ ਜਿਵੇਂ ਤੁਸੀਂ ਆਪਣੇ ਆਧਾਰ ਕਾਰਡ, ਪੈਨ ਕਾਰਡ, ਜ਼ਰੂਰੀ ਕਾਗਜ਼ਾਤ ਜਿਹੜੇ ਨੇ, ਪਾਸਪੋਰਟ ਵਗੈਰਾ, ਉਹਨਾਂ ਨੂੰ ਸਾਂਭਦੇ ਹੋ, ਕਿਉਂਕਿ ਉਹਨਾਂ ਤੋਂ ਵੀ ਕੀਮਤੀ ਆ। ਇਹ ਨਾ ਹੁੰਦੀ, ਗੁਰੂ ਨਾ ਹੁੰਦੇ ਤਾਂ ਤੁਸੀਂ ਨਾ ਹੁੰਦੇ। ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ। ਇਸ ਕਰਕੇ ਚੀਜ਼ਾਂ ਨੂੰ ਹਮੇਸ਼ਾ ਹੀ ਸਾਂਭ ਸਾਂਭ ਕੇ ਰੱਖਣਾ ਚਾਹੀਦਾ। ਜਿਵੇਂ ਤੁਸੀਂ ਆਪਣੇ ਜ਼ਰੂਰੀ ਦਸਤਾਵੇਜ਼, ਜ਼ਰੂਰੀ ਕਾਗਜ਼ ਜਿਹੜੇ ਨੇ ਸਾਂਭਦੇ ਹੋ। ਤਾਣ ਮਾਣ ਦੀ ਮਾਣ ਸਾਚਾ, ਨਾਨਕ ਕੀ ਪ੍ਰਵਟੇਕ। ਇਹ ਤੁਹਾਡੀ ਅਸਲ ਪ੍ਰੋਪਰਟੀ ਆ, ਇਹ ਤੁਹਾਡੀ ਅਸਲ ਦੌਲਤ ਹੈ। ਗੁਰੂ ਜੀ ਸਾਨੂੰ ਤਾਂ ਤੁਹਾਡਾ ਹੀ ਤਾਣ ਆ ਜੀ, ਸਾਨੂੰ ਤਾਂ ਤੁਹਾਡਾ ਹੀ ਮਾਣ ਆ ਜੀ। ਅਸੀਂ ਤਾਂ ਤੁਹਾਡੀ ਹੀ ਟੇਕ ਫੜੀ ਹੋਈ ਆ। ਅਸੀਂ ਅਨਾਥ ਹਾਂ, ਅਸੀਂ ਦੀਨ ਹਾਂ, ਸਾਡੇ ਤੇ ਕਿਰਪਾ ਕਰੋ ਗੁਰੂ ਜੀ। ਸਾਡੀ ਜ਼ਿੰਦਗੀ ਨੂੰ ਵੀ ਸੋਹਣਾ ਸੋਹਣਾ ਬਣਾ ਦਿਓ ਜੀ। ਇਹ ਗੁਰੂ ਅਰਜਨ ਦੇਵ ਜੀ ਹੁਣ ਬੇਨਤੀਆਂ ਕਰ ਰਹੇ ਨੇ। ਗੁਰੂ ਸਾਹਿਬ ਜੀ ਨੇ ਐਸੀਆਂ ਐਸੀਆਂ, ਪਰਮਾਤਮਾ ਜੀ ਨੇ ਐਸੀਆਂ ਐਸੀਆਂ ਗੱਲਾਂ ਕਰ ਦਿੱਤੀਆਂ
ਜਿਨ੍ਹਾਂ ਨੂੰ ਦੁਨੀਆ ਦੇ ਲੋਕ ਖੋਟਾ ਕਹਿੰਦੇ ਸੀ ਉਹ ਖਰੇ ਬਣੇ ਨੇ। ਜਿਹਨੂੰ ਕਹਿੰਦੇ ਸੀ ਤੇਰਾ ਕੁਝ ਨਹੀਂ ਹੋ ਸਕਦਾ, ਤੇਰਾ ਨਹੀਂ ਕੁਝ ਹੋਣਾ, ਤੇਰੀ ਤਾਂ ਖੇਡ ਖਤਮ ਆ, ਉਹ ਚੋਟੀ ਦੇ ਵਾਂਗ ਤਾਰਿਆਂ ਦੇ ਵਾਂਗ ਚਮਕੇ ਨੇ। ਜਿਨ੍ਹਾਂ ਨੂੰ ਲੱਗਦਾ ਸੀ ਮੈਂ ਕੁਝ ਬਣੂੰਗਾ, ਮੈਂ ਕਰੂੰਗਾ, ਇੱਦਾਂ ਹੋਊਗਾ, ਉਹ ਅਸਮਾਨ ਤੋਂ ਡਿੱਗ ਪਏ ਨੇ, ਬਹੁਤ ਨੀਵੇਂ ਹੋ ਗਏ ਨੇ ਉਹ ਤਾਂ। ਇਸ ਕਰਕੇ ਸਾਨੂੰ ਹਮੇਸ਼ਾ ਹੀ ਗੁਰੂ ਸਾਹਿਬ ਦੇ ਅੱਗੇ ਇਹੀ ਬੇਨਤੀ ਕਰਨੀ ਚਾਹੀਦੀ ਆ। ਅੱਜ ਦਾ ਦਿਨ ਚੜ੍ਹਿਆ ਹੈ, ਅੱਜ ਦਾ ਦਿਨ ਚੜ੍ਹਿਆ ਹੈ ਗੁਰੂ ਸਾਹਿਬ ਜੀ, ਇਹ ਦਿਨ ਨਹੀਂ, ਇਹ ਜ਼ਿੰਦਗੀ ਆ। ਜੇ ਮੈਂ ਦਿਨ ਕਹੂੰਗਾ ਨਾ ਦਿਨ ਆ, ਮੈਂ ਕਹਿਣਾ ਕੱਲ ਨੂੰ ਵੀ ਇੱਕ ਦਿਨ ਆ, ਇਹ ਮੈਂ ਲੰਘਾ ਲੂੰਗਾ। ਅੱਜ ਦਾ ਦਿਨ ਚੜ੍ਹਿਆ ਹੈ ਤੇ ਅੱਜ ਇਹ ਦਿਨ ਨਹੀਂ, ਇਹ ਜ਼ਿੰਦਗੀ ਆ ਮਾਲਕ ਜੀ। ਹੁਣ ਮੈਂ ਇਹਦੇ ਵਿੱਚ ਪਹਿਲਾਂ ਤਾਂ ਆਪ ਖੁਸ਼ ਰਹਿਣਾ ਸਿੱਖੂੰਗਾ, ਫਿਰ ਮੈਂ ਦੂਜਿਆਂ ਨੂੰ ਖੁਸ਼ ਰੱਖੂੰਗਾ। ਇਹ ਜਿਹੜਾ ਦਿਨ ਹੈ ਇਹਦੇ ਵਿੱਚ ਮੈਂ ਤੁਹਾਨੂੰ ਚੇਤੇ ਕਰੂੰਗਾ, ਕਦੇ ਵੀ ਭੁਲਾਊਂਗਾ ਨਹੀਂ। ਤੇ ਤੁਸੀਂ ਮੇਰੇ ਤੇ ਕਿਰਪਾ ਕਰਿਓ ਕਿ ਮੈਂ ਤੁਹਾਨੂੰ ਯਾਦ ਰੱਖ ਸਕਾਂ, ਭੁਲਾਵਾਂ ਨਾ। ਕਿਉਂ? ਜੇ ਤੁਹਾਨੂੰ ਭੁਲਾ ਦਿੱਤਾ, ਸਾਰੇ ਦੁਨੀਆ ਦੇ ਗਲਤ ਕੰਮ ਉੱਥੋਂ ਹੀ ਸ਼ੁਰੂ ਹੋ ਜਾਣੇ ਨੇ। ਜਦੋਂ ਹੀ ਮੈਂ ਤੁਹਾਨੂੰ ਭੁੱਲ ਗਿਆ ਨਾ, ਉਦੋਂ ਹੀ ਮੈਨੂੰ ਹੰਕਾਰ ਹੋ ਜਾਣਾ। ਜਦੋਂ ਹੀ ਮੈਂ ਤੁਹਾਨੂੰ ਭੁੱਲ ਗਿਆ, ਉਦੋਂ ਹੀ ਮੈਂ ਗੁੱਸਾ ਕਰਨਾ। ਜਦੋਂ ਹੀ ਮੈਂ ਤੁਹਾਨੂੰ ਭੁੱਲ ਗਿਆ, ਉਦੋਂ ਹੀ ਲਾਲਚ ਨੇ ਆ ਕੇ ਡੇਰਾ ਲਾ ਲੈਣਾ, ਤੰਬੂ ਗੱਡ ਲੈਣੇ ਨੇ ਮੇਰੇ ਅੰਦਰ, ਮੇਰੇ ਮਨ ਦੇ ਖੇਮਾ ਬਣਾ ਲੈਣਾ ਹੈ। ਇਹ ਅਰਦਾਸ ਸਾਨੂੰ ਕਰਨੀ ਚਾਹੀਦੀ ਆ, ਭਾਵੇਂ ਉੱਚੀ ਬੋਲ ਕੇ ਨਾ ਕਰੋ, ਦਿਲ 'ਚ ਹੀ ਕਰਿਆ ਕਰੋ। ਅੱਜ ਦਾ ਦਿਨ ਚੜ੍ਹਿਆ ਹੈ, ਸੂਰਜ ਤੁਸੀਂ ਕਹੋ ਤਾਂ ਚੜ੍ਹ ਜਾਂਦਾ ਹੈ, ਰੱਬ ਜੀ ਤੁਸੀਂ ਕਹੋ ਤਾਂ ਛਿਪ ਜਾਂਦਾ ਹੈ। ਤੁਹਾਡੀ ਕਿਰਪਾ ਦੇ ਨਾਲ ਸੂਰਜ ਚੜ੍ਹਿਆ ਹੈ। ਇਹ ਦਿਨ ਨਹੀਂ, ਇਹ ਦਿਨ ਨਹੀਂ, ਇਹ ਜ਼ਿੰਦਗੀ ਆ। ਇਹ ਦਿਨ ਨਹੀਂ, ਇਹ ਜ਼ਿੰਦਗੀ ਆ। ਹੁਣ ਮੈਂ ਆਪ ਖੁਸ਼ ਰਹੂੰਗਾ, ਆਪ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਖੁਸ਼ ਰੱਖੂੰਗਾ। ਜੇ ਮੈਂ ਆਪ ਖੁਸ਼ ਨਹੀਂ, ਮੈਂ ਦੂਜਿਆਂ ਨੂੰ ਕਿਵੇਂ ਖੁਸ਼ ਰੱਖੂੰਗਾ? ਤੇ ਵਾਹਿਗੁਰੂ ਜੀ ਮੈਨੂੰ ਐਸੀ ਕਿਰਪਾ ਕਰੋ ਕਿ ਮੈਂ ਤੁਹਾਨੂੰ ਕਦੇ ਨਾ ਭੁੱਲਾਂ। ਸਾਰੇ ਦਿਨ 'ਚ 24 ਘੰਟੇ ਨੇ, ਉਹਨਾਂ 'ਚ ਮਿੰਟ ਨੇ, ਉਹਨਾਂ 'ਚ ਸਕਿੰਟ ਨੇ, ਉਹਨਾਂ 'ਚ ਨਿਮਖਾ, ਉਹਨਾਂ 'ਚ ਪਲ ਆ। ਇੱਕ ਇੱਕ ਪਲ ਵੀ ਮੈਂ ਤੁਹਾਨੂੰ ਨਾ ਭੁੱਲਾਂ, ਕਿਉਂਕਿ ਜਦੋਂ ਮੈਂ ਭੁੱਲ ਗਿਆ ਉੱਥੋਂ ਹੀ ਸਭ ਕੰਮ ਖਰਾਬ ਹੋਣੇ ਸ਼ੁਰੂ ਨੇ। ਕਹਿੰਦੇ ਨੇ ਸਭ ਤੋਂ ਮਾੜੀ ਆਦਤ ਕੀ ਆ? ਮਹਾਂਪੁਰਸ਼ਾਂ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਜੀ ਸਭ ਤੋਂ ਬੁਰਾ ਕੀ ਆ? ਕਹਿੰਦੇ ਰੱਬ ਨੂੰ ਭੁੱਲ ਜਾਣਾ। ਭਾਈ ਨੰਦ ਲਾਲ ਜੀ ਕਹਿੰਦੇ ਗੱਲ ਥੋੜ੍ਹੀ ਆ, ਉਹਦੇ ਬਣਾਏ ਅੰਬਰ ਦੇ ਥੱਲੇ, ਉਹਦੇ ਬਣਾਏ ਨੀਲੇ ਅਸਮਾਨ ਦੇ ਥੱਲੇ ਤੁਸੀਂ ਰਹਿੰਦੇ ਹੋ, ਉਹਦੀ ਬਣਾਈ ਧਰਤੀ 'ਚ ਤੁਸੀਂ ਅੰਨ ਉਗਾਉਂਦੇ ਹੋ, ਉਹਦੀ ਬਣਾਈ ਹਵਾ 'ਚ ਤੁਸੀਂ ਸਾਹ ਲੈਂਦੇ ਹੋ, ਉਹਨੂੰ ਭੁੱਲ ਜਾਂਦੇ ਹੋ। ਬੜੀ ਮਾੜੀ ਗੱਲ। ਸਭ ਤੋਂ ਮਾੜਾ ਕੀ ਆ? ਰੱਬ ਜੀ ਨੂੰ ਭੁੱਲ ਜਾਣਾ। ਇੱਥੋਂ ਹੀ ਤਾਂ ਮਾੜੀਆਂ ਆਦਤਾਂ ਸ਼ੁਰੂ ਹੁੰਦੀਆਂ ਨੇ। ਮੈਂ ਹੁਣ ਰੱਬ ਨੂੰ ਭੁੱਲ ਗਿਆ, ਹੁਣ ਮੈਨੂੰ ਲਾਲਚ ਆ ਕੇ ਸਤਾਊਗਾ ਤਾਂ ਮੈਂ ਗਲਤ ਕਰ ਦੂੰਗਾ। ਜੇ ਚੇਤੇ ਆ ਮੈਨੂੰ, ਮੈਂ ਕਹਿਣਾ ਨਹੀਂ। ਬਾਣੀ ਕਹਿੰਦੀ ਆ ਹੱਕ ਪਰਾਇਆ ਨਾਨਕਾ ਉਸ ਸੂਰੇ ਸਗਾਏ। ਬਾਣੀ ਇਹ ਕਹਿੰਦੀ ਆ ਮੈਂ ਨਹੀਂ ਕਰਾਂਗਾ। ਹੁਣ ਮੈਨੂੰ ਗੁੱਸਾ ਬਹੁਤ ਆ ਗਿਆ, ਮੈਂ ਰੱਬ ਨੂੰ ਭੁਲਾਇਆ, ਪਰ ਮੈਨੂੰ ਫਿਰ ਉਹਦੀ ਯਾਦ ਆ ਗਈ ਕਿ ਜਿੰਨਾ ਗੁੱਸਾ ਸਰੀਰ ਨੂੰ ਗਾਲਦਾ, ਇੰਨਾ ਤਾਂ ਖਾਣ ਪੀਣ ਵੀ ਨਹੀਂ ਗਾਲਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਮੈਂ ਕਹੂੰਗਾ ਨਹੀਂ ਨਹੀਂ, ਗੁੱਸਾ ਨਹੀਂ ਕਰਨਾ, ਸਿਹਤ ਖਰਾਬ ਹੁੰਦੀ ਆ, ਮੇਰਾ ਗੁਰੂ ਕਹਿੰਦਾ ਹੈ। ਫਿਰ ਆਪਾਂ ਤੀਜੀ ਗੱਲ ਜਿਹੜੀ ਆ, ਜਿਤ ਪੀਤੈ ਮਦ ਦੂਰ ਹੋਏ। ਸਾਰੀਆਂ ਗੱਲਾਂ ਹੀ ਬਾਣੀ 'ਚ ਨੇ। ਇਹ ਲਾਈਫ ਸਟਾਈਲ ਤੁਹਾਨੂੰ ਦਿੰਦੀ ਆ ਬਾਣੀ। ਨਹੀਂ, ਸ਼ਰਾਬ ਨਹੀਂ ਪੀਣੀ, ਪੈਸੇ ਖਰਾਬ, ਸਿਹਤ ਖਰਾਬ, ਘਰ ਖਰਾਬ, ਹੋ ਸਕਦਾ ਤਲਾਕ ਹੋ ਜੇ, ਰਿਸ਼ਤਿਆਂ 'ਚ ਵਿਗਾੜ ਹੋ ਜੇ, ਨਹੀਂ ਪੀਣੀ। ਇਵੇਂ ਚੀਜ਼ਾਂ ਸਾਰੀਆਂ ਇੱਕ ਇੱਕ ਤੁਹਾਡੇ ਅੰਗ ਅੰਗ 'ਤੇ ਕੰਮ ਕਰਦੀਆਂ ਨੇ। ਗੁਰਬਾਣੀ ਐਸੀ ਆ, ਤੁਹਾਡੀਆਂ ਅੱਖਾਂ 'ਤੇ ਵਰਕ ਕਰਦੀ ਆ। ਦੇਖਣਾ ਕਿਵੇਂ ਆ, ਝਾਕਣਾ ਕਿਵੇਂ ਆ, ਕਿਉਂਕਿ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਹੈ। ਮਨੋਵਿਗਿਆਨ ਕਹਿੰਦਾ ਹੈ ਕਿ ਇਸਤਰੀਆਂ ਨੂੰ ਇਸ ਗੱਲ ਦੀ, ਭਾਵੇਂ ਮਰਦ ਇਸ ਗੱਲ ਨਾਲ ਸਹਿਮਤ ਹੋਣ ਚਾਹੇ ਨਾ, ਪਰ ਉਹਨਾਂ ਨੂੰ ਬੜੀ ਸਮਝ ਹੁੰਦੀ ਹੈ ਕਿ ਉਹਨਾਂ ਵੱਲ ਦੇਖਣ ਦਾ ਢੰਗ ਬੰਦੇ ਦਾ ਕਿਵੇਂ ਦਾ ਹੈ। ਉਹ ਬੜੀ ਛੇਤੀ ਸਮਝ ਲੈਂਦੀਆਂ ਨੇ, ਬਹੁਤ ਛੇਤੀ। ਪਰਮਾਤਮਾ ਨੇ ਉਹਨਾਂ ਨੂੰ ਐਸੀ ਕਲਾ ਦਿੱਤੀ ਹੈ ਕਿ ਉਹ ਸਮਝ ਜਾਂਦੀਆਂ ਕਿ ਬੰਦੇ ਦੀ ਦੇਖਣੀ ਕਿਵੇਂ ਆ। ਗੁਰਬਾਣੀ ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ। ਗੁਰਬਾਣੀ ਤੁਹਾਨੂੰ ਦੇਖਣਾ ਸਿਖਾਉਂਦੀ ਹੈ, ਇਸਤਰੀ ਨੂੰ ਵੀ ਮਰਦ ਨੂੰ ਵੀ।
ਬੋਲਣਾ ਸਿਖਾਉਂਦੀ ਆ, ਸੁਣਨਾ ਸਿਖਾਉਂਦੀ ਆ, ਤੁਰਨਾ ਸਿਖਾਉਂਦੀ ਆ। ਤੁਰਨਾ ਕਿੱਧਰ ਨੂੰ ਆ, ਜਾਣਾ ਕਿੱਧਰ ਆ, ਇਹ ਸਿਖਾਉਂਦੀ ਆ। ਇੱਕ ਇੱਕ ਚੀਜ਼ ਤੇ ਵਰਕ ਕਰਦੀ ਆ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਸੌਣਾ ਵੀ ਸਿਖਾਉਂਦੀ ਆ ਗੁਰਬਾਣੀ, ਸੌਣਾ ਵੀ ਸਿਖਾਉਂਦੀ ਆ। ਬਾਣੀ ਪੜ੍ਹ ਕੇ ਸੌਣੋ, ਗਲਤ ਸੁਪਨੇ ਨਹੀਂ ਹੋਣਗੇ, ਖਿਆਲਾਤ ਗਲਤ ਨਹੀਂ ਹੋਣਗੇ। ਇਸ ਕਰਕੇ ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨਦਿਨ ਉਸਤਤ ਹੋਵੈ। ਜਾਗਣਾ ਵੀ ਸਿਖਾਉਂਦੀ ਆ। ਜਾਗਣਾ ਜਾਗਣਾ ਹਰ ਕੀਰਤਨ ਮੈਂ ਜਾਗਣਾ। ਲੱਗਣਾ ਕਿੱਥੇ ਆ, ਕਿਹਦੇ ਪੱਲੇ ਲੱਗਣਾ। ਲਾਗਣਾ ਲਾਗਣ ਨੀਕਾ ਗੁਰ ਚਰਣੀ ਮਨ ਲਾਗਣਾ। ਜਾਗਣਾ ਸਿਖਾਉਂਦੀ ਆ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਜਾਗਣਾ ਕਦੋਂ, ਜਦੋਂ ਕੀਰਤਨ ਸੁਣਨਾ, ਗੁਰਬਾਣੀ ਸੁਣਨੀ, ਉਦੋਂ ਜਾਗ ਕੇ ਸੁਣੀ। ਸਚੇਤ ਮਨ ਦੇ ਨਾਲ ਸੁਣੀ, ਅਚੇਤ ਮਨ ਦੇ ਨਾਲ ਨਾ ਸੁਣੀ। ਗੁਰਬਾਣੀ ਐਸੀ ਆ, ਸਾਡਾ ਸਾਰਾ ਜੀਵਨ ਬਦਲਣਾ ਚਾਹੁੰਦੀ ਆ। ਕਿਉਂਕਿ ਅਸੀਂ ਉਹ ਨਹੀਂ ਹਾਂ ਜਿਹੜਾ ਅਸੀਂ ਅਸਲ ਜਨਮ ਜਦੋਂ ਸਾਡਾ ਹੋਇਆ ਸੀ, ਜਿਹੋ ਜਿਹੇ ਅਸੀਂ ਉਦੋਂ ਸਾਂ ਭੋਲੇ ਭਾਲੇ ਬਿਲਕੁਲ ਬੱਚਿਆਂ ਵਰਗੇ, ਉਹ ਅਸੀਂ ਹੁਣ ਨਹੀਂ ਰਹੇ। ਗੁਰਬਾਣੀ ਬਸ ਸਾਨੂੰ ਉਹੀ ਬਣਾਉਣਾ ਚਾਹੁੰਦੀ ਆ। ਜਦੋਂ ਅਸੀਂ ਬਚਪਨ 'ਚ ਸਾਂ ਨਾ, ਇਵੇਂ ਹੋਰ ਕਲੀਅਰ ਹੋ ਜਾਵੇਗੀ ਗੱਲ। ਗੁਰਬਾਣੀ ਕਹਿੰਦੀ ਤੂੰ ਹੁਣ ਉਵੇਂ ਬਣ ਜਾ। ਭੋਲੇ ਭਾਏ ਮਿਲੇ ਰਗਰਾਇਆ। ਫਰੀਦ ਸਾਹਿਬ ਜੀ ਦਾ ਇੱਕ ਸਲੋਕ ਆ, ਕਹਿੰਦੇ ਜੇ ਜਾਣਾ ਸੋ ਨੰਡੜਾ। ਨੰਡੜਾ ਕਹਿੰਦੇ ਨੇ ਬੱਚੇ, ਤਾਂ ਥੋੜਾ ਮਾਣ ਕਰੀ। ਜੇ ਮੈਨੂੰ ਪਤਾ ਹੁੰਦਾ, ਕਹਿੰਦੇ ਰੱਬ ਜੀ ਤੁਹਾਨੂੰ ਤਾਂ ਭਗਤ ਬੱਚਿਆਂ ਵਰਗੇ ਚੰਗੇ ਲੱਗਦੇ ਆ, ਤਾਂ ਮੈਂ ਆਪਦੀ ਜਵਾਨੀ ਦਾ ਮਾਣ ਨਾ ਕਰਦਾ। ਸੁੰਦਰਤਾ ਸਿਆਣਪ ਬੜੇ ਸੋਹਣੇ ਭੁਲੇਖੇ ਨੇ ਜਿਹੜੇ ਬਹੁਤ ਛੇਤੀ ਕੋਈ ਦੂਰ ਹੋ ਜਾਂਦੇ ਆ। ਸੁੰਦਰਤਾ ਸਿਆਣਪ ਬਾਹਲੀਆਂ ਲੰਮੀਆਂ ਚੌੜੀਆਂ ਕਹਾਣੀਆਂ ਨਹੀਂ, ਛੇਤੀ ਕੋਈ ਖਤਮ ਹੋ ਜਾਂਦੀਆਂ ਨੇ। ਗੁਰੂ ਸਾਹਿਬ ਨੇ ਐਸੇ ਐਸੇ ਬੰਦਿਆਂ ਤੇ ਕਿਰਪਾ ਕੀਤੀ ਹੈ ਜਿਹੜੇ ਭਾਵੇਂ ਸੋਹਣੇ ਤਾਂ ਨਹੀਂ ਸੀਗੇ ਸ਼ਕਲਾਂ ਕਰਕੇ, ਪਰ ਉਹ ਅੰਦਰੋਂ ਬੜੇ ਸੋਹਣੇ ਸੀ। ਗੁਰੂ ਸਾਹਿਬ ਨੇ ਐਸੇ ਐਸੇ ਬੰਦਿਆਂ ਤੇ ਕਿਰਪਾ ਕੀਤੀ, ਸੋਚਿਆ ਨਹੀਂ ਸੀ ਜਾ ਸਕਦਾ ਪਰਮਾਤਮਾ ਨੇ ਇਹ ਬੰਦੇ ਕਰ ਦੇਣਗੇ। ਪਹਿਲੀ ਪੰਕਤੀ ਵਿੱਚ ਇਹਦਾ ਮੂਲ ਸਾਰ ਹੈ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਇੱਕ ਛੋਟੀ ਜਿਹੀ ਕਹਾਣੀ ਆ, ਕਿਸੇ ਦੀ ਆਟੋਬਾਇਓਗ੍ਰਾਫੀ ਦੇ ਵਿੱਚੋਂ ਲਈ ਗਈ ਹੋਈ ਆ, ਜੀਵਨੀ ਚੋਂ। ਬਰੇਲੀ ਇੱਕ ਭਾਸ਼ਾ ਹੈ, ਪਤਾ ਕਿਹੜੀ ਭਾਸ਼ਾ ਹੈ? ਜਿਹੜੇ ਨੇਤਰਹੀਨ ਵਿਅਕਤੀ ਨੇ, ਨੇਤਰਹੀਨ ਬੰਦੇ ਨੇ, ਟੋਹ ਕੇ ਪੜ੍ਹਨ ਵਾਲੀ, ਟੋਹ ਕੇ, ਉਹਨਾਂ ਵਿਚਾਰਿਆਂ ਨੂੰ ਨਹੀਂ ਦਿਖਦਾ। ਉਹਨੂੰ ਜਦੋਂ ਟੋਂਦੇ ਆ ਨਾ, ਉਹ ਤੇ ਪੜ੍ਹ ਲੈਂਦੇ ਆ ਵੀ ਇਹ ਅੱਖਰ ਇਹ ਲਿਖਿਆ। ਬਹੁਤ ਤਰ੍ਹਾਂ ਦੀ ਵਿੱਦਿਆ ਹੈ, 64 ਤਰ੍ਹਾਂ ਦੀ ਵਿੱਦਿਆ ਮੰਨੀ ਜਾਂਦੀ ਆ। 64 ਤਰ੍ਹਾਂ ਤਰੀਕਿਆਂ ਦੇ ਨਾਲ ਸਿੱਖ ਸਕਦੇ ਆ। 64 ਤਰੀਕੇ ਆ, ਇਸ ਤੋਂ ਵੀ ਕਿਤੇ ਹਟ ਕੇ ਹੋ ਸਕਦੇ ਨੇ। ਲਿਖਣ ਵਾਲੇ ਨੇ 64 ਲਿਖੇ ਨੇ, ਜਿਨ੍ਹਾਂ ਦੀ ਖੋਜ ਹੈ ਵੀ 64 ਤਰੀਕਿਆਂ ਨਾਲ ਤੁਸੀਂ ਸਿੱਖ ਸਕਦੇ ਹੋ। ਇਸ਼ਾਰਿਆਂ ਦੀ ਭਾਸ਼ਾ ਹੁੰਦੀ ਆ, ਸੁਣਨ ਵਾਲੀ ਭਾਸ਼ਾ ਹੁੰਦੀ ਆ, ਲਿਖ ਕੇ ਸਿੱਖ ਸਕਦੇ ਆ, ਬੋਲ ਕੇ ਲਿਪੀ ਹੁੰਦੀ ਆ। ਇੱਦਾਂ ਤਰ੍ਹਾਂ ਤਰ੍ਹਾਂ ਦੇ ਢੰਗ ਨੇ। ਤਾਂ ਇਹ ਜਿਹੜੀ ਲਿਪੀ ਹੈ, ਇਸ ਕਰਕੇ ਬਰੇਲੀ ਜਿਹੜੀ ਆ, ਤੇ ਉਹ ਕਿਹਨੇ ਲਿਖੀ ਸੀ? 20 ਸਾਲ ਦਾ ਇੱਕ ਨੌਜਵਾਨ ਸੀ, ਲੂਈ ਬਰੇਲੀ ਉਹਦਾ ਨਾਮ ਸੀ। ਫਰਾਂਸ ਦੇ ਵਿੱਚ ਉਹਦਾ ਜਨਮ ਹੋਇਆ। ਪਰਮਾਤਮਾ ਦੀ ਆਪਾਂ ਗੱਲ ਕਰੀਏ, ਕਿੰਨਾ ਤੇ ਰਹਿਮਤ ਕਰ ਦਿੰਦਾ ਹੈ। ਤੇ ਉਹਦੇ ਫਿਰ ਪਿਤਾ ਨੇ ਨਾ ਉਹਨੂੰ ਨੇਤਰਹੀਨ ਜਿਹੜੇ ਸਕੂਲ ਹੁੰਦੇ ਨੇ, ਜਿਨ੍ਹਾਂ 'ਚ ਬੱਚੇ ਪੜ੍ਹਦੇ ਨੇ, ਉੱਥੇ ਪੜ੍ਹਨ ਪਾ ਦਿੱਤਾ। ਉਹ ਛੋਟੇ ਹੁੰਦਿਆਂ ਤੋਂ ਹੀ ਰੱਬ ਨੇ ਪਤਾ ਨਹੀਂ ਉਹਨੂੰ ਕੀ ਬਖਸ਼ਿਆ ਸੀ ਐਸਾ, ਮਾਲਕ ਜੀ ਨੇ, ਕਿ ਉਹ ਸਿੱਕੇ ਨੂੰ ਨਾ ਟੋਹ ਕੇ ਦੱਸ ਦਿੰਦਾ ਸੀ ਕਿ ਕਿੰਨੇ ਰੁਪਈਏ ਦਾ ਸਿੱਕਾ ਹੈ। ਉਹਦੇ ਵਿੱਚ ਸ਼ੋਅ ਦਾ ਅਨੁਭਵ ਜ਼ਿਆਦਾ ਰੱਬ ਨੇ ਭਰਿਆ ਸੀ। ਉਹਨੇ ਸੋਚਿਆ ਮੈਂ ਆਪਦੀ ਅਕਲ ਨੂੰ, ਜਿਹੜੀ ਮੈਨੂੰ ਪਰਮਾਤਮਾ ਨੇ ਦਿੱਤੀ ਆ, ਮੈਂ ਸਹੀ ਪਾਸੇ ਲਾਵਾਂ। 20 ਸਾਲ ਦੀ ਉਮਰ ਵਿੱਚ ਉਹਨੇ ਬਰੇਲੀ ਲਿਪੀ ਤਿਆਰ ਕੀਤੀ ਸੀ, ਇਹ ਟੋਹ ਕੇ ਪੜ੍ਹਨ ਵਾਲੀ। ਉਹਨੇ ਉਹ ਲਿਪੀ ਬਣਾਈ ਉਹਨਾਂ ਬੰਦਿਆਂ ਵਾਸਤੇ ਜਿਹੜੇ ਟੋਹ ਕੇ ਪੜ੍ਹ ਸਕਣ ਵੀ ਲਿਖਿਆ ਕੀ ਆ। ਉਹ ਸਾਰੀਆਂ ਚਿੰਨ੍ਹ ਉਹਨੇ ਪ੍ਰਗਟ ਕੀਤੇ। ਉਹ ਬੰਦੇ ਨੇ 20 ਸਾਲ ਦੀ ਉਮਰ ਦੇ ਵਿੱਚ, ਤੇ ਬੜਾ ਅਪੰਗ ਵਿਅਕਤੀ ਸੀ, ਨੇਤਰਹੀਣ ਸੀ, ਤੇ ਉਹਨੇ ਉਹ ਕਰ ਦਿਖਾਇਆ। ਹੋ ਸਕਦਾ ਅੱਖਾਂ ਵਾਲਾ ਬੰਦਾ ਵੀ ਇਹ ਨਾ ਕਰ ਪਾਉਂਦਾ ਜੋ ਉਹਨੇ ਕਰ ਦਿਖਾਇਆ। ਇਸ ਕਰਕੇ ਦੀਨ ਦਰਦ
ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਜਿਹੜੇ ਅਨਾਥ ਹੁੰਦੇ ਨੇ, ਨੇਤਰਹੀਨ ਹੁੰਦੇ ਨੇ, ਅਪੰਗ ਹੁੰਦੇ ਨੇ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉਹਨਾਂ ਦਾ ਰੱਬ ਹੁੰਦਾ ਹੈ। ਉਹ ਆਪਦੇ ਜਨਾਂ ਦੀ ਰਾਖੀ ਕਰਦਾ ਹੈ। ਐਸੇ ਐਸੇ ਬੰਦੇ ਹੁੰਦੇ ਨੇ। ਤਾਂ ਹੀ ਕਿਹਾ ਜਾਂਦਾ ਕਿ ਤੁਸੀਂ ਜੀਵਨੀਆਂ ਜ਼ਰੂਰ ਪੜ੍ਹੋ। ਕੁਝ ਚੰਗੇ ਬੰਦੇ ਨੇ ਨਾ, ਆਪਣੇ ਗੁਰਮੁਖ ਨੇ, ਭਾਈ ਪੂਰਨ ਸਿੰਘ ਜੀ ਨੇ, ਭਗਤ ਜੀ ਨੇ, ਮਸਕੀਨ ਜੀ ਨੇ, ਭਾਈ ਵੀਰ ਸਿੰਘ ਜੀ ਨੇ, ਇਹਨਾਂ ਦੀਆਂ ਜੀਵਨੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ। ਉਹਦੇ ਵਿੱਚੋਂ ਸਾਨੂੰ ਇਹ ਲੱਭਦਾ ਹੈ ਇਹ ਬੰਦੇ ਇਹ ਮੁਕਾਮ 'ਤੇ ਕਿਵੇਂ ਪਹੁੰਚ ਗਏ, ਆ ਕਿਵੇਂ ਗਏ ਇੱਥੇ, ਐਡਾ ਮੁਕਾਮ ਹਾਸਲ ਕਰ ਗਏ। ਇੰਨੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਕਿਸੇ ਨੂੰ ਪੜ੍ਹਨ ਦੇ ਨਾਲ ਆਟੋਬਾਇਓਗ੍ਰਾਫੀ ਹਿੰਮਤ ਬੰਦੇ 'ਚ ਆਉਂਦੀ ਆ, ਢਹਿੰਦੀ ਕਲਾ ਨਹੀਂ ਚੜ੍ਹਦੀ ਕਲਾ ਆਉਂਦੀ ਹੈ। ਤਾਂ ਹੀ ਗੁਰਬਾਣੀ ਕਹਿੰਦੀ ਹੈ ਸਦਾ ਹੀ ਗੁਰਬਾਣੀ ਨੂੰ ਪੜ੍ਹੋ, ਤੁਹਾਡੇ ਅੰਦਰ ਹਿੰਮਤ ਆਵੇਗੀ। ਦੁੱਖ ਦੀ ਗੱਲ ਕਰੋ, ਦੁੱਖ ਤਾਂ ਆਉਣਗੇ, ਉਹ ਤਾਂ ਕੱਪੜੇ ਆ। ਦਿਨ ਨਹੀਂ ਆਉਂਦਾ, ਰਾਤ ਨਹੀਂ ਆਉਂਦੀ, ਠੰਡ ਨਹੀਂ ਆਉਂਦੀ, ਗਰਮੀ ਨਹੀਂ ਆਉਂਦੀ, ਬਸੰਤ ਨਹੀਂ ਆਉਂਦੀ, ਇਵੇਂ ਇਹ ਤਾਂ ਆਊਗਾ, ਦੁੱਖ ਆਊਗਾ। ਗੁਰਬਾਣੀ ਪੜ੍ਹਨ ਨਾਲ ਕੀ ਹੋਊਗਾ, ਹਿੰਮਤ ਇੰਨੀ ਆ ਜੂਗੀ, ਹੌਸਲਾ ਇੰਨਾ ਆ ਜੂਗਾ, ਦੁੱਖ ਨਹੀਂ ਲੱਗੇਗਾ। ਇਹ ਸਾਰ ਹੈ ਗੁਰਬਾਣੀ ਦਾ। ਗੁਰਬਾਣੀ ਪੜ੍ਹਨ ਨਾਲ ਬੰਦੇ 'ਚ ਹਿੰਮਤ ਆਉਂਦੀ ਆ। ਅਰਦਾਸ ਕਰਨ ਨਾਲ ਆਤਮ ਵਿਸ਼ਵਾਸ ਵੱਧਦਾ ਹੈ, ਗੁਰੂ ਦੀ ਕਿਰਪਾ ਹੁੰਦੀ ਆ, ਤੇ ਵੱਡੇ ਵੱਡੇ ਕੰਮ ਜਿਹੜੇ ਨੇ ਸੁਣਿਆ ਹਾਥ ਹੋਵੇ ਸਗਾ। ਜਿਹੜੀ ਸਮੁੰਦਰ ਜਿੱਡੀ ਚੀਜ਼ ਹੁੰਦੀ ਆ ਨਾ, ਉਹ ਛੋਟੀ ਜੀ ਇੱਕ ਬਾਟੇ ਜਿੱਡੀ ਰਹਿ ਜਾਂਦੀ ਆ। ਜਿਹੜੀ ਲੱਗਦੀ ਹੁੰਦੀ ਆ ਸਮੁੰਦਰ ਆ ਨਹੀਂ ਤਰਿਆ ਜਾਣਾ, ਉਹ ਹੱਥਾਂ ਜਿੰਨੀ ਰਹਿ ਜਾਂਦੀ ਆ। ਸੁਣਿਆ ਹਾਥ ਹੋਵੇ ਸਗਾ। ਸਮੁੰਦਰ ਲੱਗਦਾ ਵੀ ਨਹੀਂ ਤਰਿਆ ਨਹੀਂ ਜਾਣਾ। ਪਹਿਲਾਂ ਬੰਦਾ ਡੋਲਦਾ, ਸੁਣੀ ਗਏ ਬਾਣੀ ਨੂੰ, ਕਹਿੰਦੇ ਹੁਣ ਜੋ ਮਰਜ਼ੀ ਹੋ ਜੇ, ਸਮੁੰਦਰ ਜਿੱਡੀ ਮੁਸ਼ਕਲ ਆ ਮੈਂ ਲੰਘ ਜੂੰਗਾ। ਇਹ ਗੁਰਬਾਣੀ ਸਾਨੂੰ ਸਿਖਾਉਂਦੀ ਹੈ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ ਜੀ। ਗੁਰੂ ਸਾਹਿਬ ਜੀ ਦੀ ਜੋ ਸ਼ਾਨ ਹੈ ਬਹੁਤ ਉੱਚੀ ਅਤੇ ਸੁੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਆਓ ਹੁਣ ਆਪਾਂ ਰਲ ਕੇ ਪਿਆਰ ਦੇ ਨਾਲ ਵਾਹਿਗੁਰੂ ਨੂੰ ਚੇਤੇ ਕਰੀਏ ਜੀ। ਵਾਹਿਗੁਰੂ
ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ